परम ਸਨਮਾਨਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਖੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਸ। ਪੰਡਤਾਂ ਦੀ ਬੇਨਤੀ। ਦਿੱਲੀ ਦੇ ਤਖਤ ਤੇ ਬੈਠਾ ਬਾਦਸ਼ਾਹ ਔਰੰਗਜ਼ੇਬ ਬੜਾ ਜ਼ਾਲਮ ਸੀ। ਉਹ ਹਿੰਦੁਸਤਾਨ ਦੇ ਸਾਰੇ ਹਿੰਦੂਆਂ ਨੂੰ ਮੁਸਲਮਾਨ ਬਣਾ ਲੈਣਾ ਚਾਹੁੰਦਾ ਸੀ। ਜਿਹੜਾ ਹਿੰਦੂ ਉਸ ਪਾਸੋਂ ਨਹੀਂ ਡਰਦਾ ਸੀ ਤੇ ਮੁਸਲਮਾਨ ਬਣਨਾ ਨਹੀਂ ਚਾਹੁੰਦਾ ਸੀ, ਉਹ ਉਸ ਨੂੰ ਕਤਲ ਕਰਵਾ ਦਿੰਦਾ ਸੀ। ਹਿੰਦੂ ਮਤ ਦੇ ਮੁਖੀਆਂ ਨੂੰ ਉਹ ਮੁਸਲਮਾਨ ਬਣਾ ਰਿਹਾ ਸੀ ਤਾਂ ਕਿ ਉਹਨਾਂ ਵੱਲ ਵੇਖ ਕੇ ਉਹਨਾਂ ਦੇ ਸ਼ਰਧਾਲੂ ਮੁਸਲਮਾਨ ਬਣ ਜਾਣ। ਉਸਨੇ ਆਪਣੇ ਹਾਕਮਾਂ ਨੂੰ ਸਖਤ ਹੁਕਮ ਕੀਤੇ ਹੋਏ ਸਨ ਕਿ ਉਹ ਹਿੰਦੂਆਂ ਦੇ ਪਰਿਵਾਰ, ਤੀਰਥ ਅਸਥਾਨਾਂ ਦੇ ਪੂਜਨੀਕ ਬ੍ਰਾਹਮਣਾਂ ਨੂੰ ਮੁਸਲਮਾਨੀ ਮਜ਼ਹਬ ਧਾਰਨ ਕਰਨ ਵਾਸਤੇ ਮਜਬੂਰ ਕਰਨ। ਉਸ ਨੂੰ ਉਸਦੇ ਅਹਿਲਕਾਰਾਂ ਤੇ ਕਾਜ਼ੀਆਂ ਨੇ ਇਹ ਮਸ਼ਵਰਾ ਦਿੱਤਾ ਕਿ ਕਸ਼ਮੀਰ ਦੇ ਪੰਡਤ ਬੜੇ ਪੂਜਨੀਕ ਸਮਝੇ ਜਾਂਦੇ ਹਨ। ਜੇ ਇਹਨਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਤਾਂ ਸਾਰੇ ਹਿੰਦੁਸਤਾਨ ਦੇ ਹਿੰਦੂ ਮੁਸਲਮਾਨ ਬਣ ਜਾਣਗੇ। ਆਪਣੇ ਅਹਿਲਕਾਰਾਂ ਤੇ ਕਾਜ਼ੀਆਂ ਦੀ ਗੱਲ ਮੰਨ ਕੇ ਉਸ ਕਸ਼ਮੀਰ ਦੇ ਸੂਬੇ ਨੂੰ ਸਖਤ ਹਦਾਇਤ ਕੀਤੀ ਕਿ ਕਸ਼ਮੀਰ ਦੇ ਪੰਡਤਾਂ ਨੂੰ ਮੁਸਲਮਾਨ ਮਜ਼ਹਬ ਧਾਰਨ ਕਰਨ ਵਾਸਤੇ ਉਹਨਾਂ ਵਿਰੁੱਧ ਸਖਤ ਕਾਰਵਾਈ ਕਰੇ। ਉਸ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਉਹਨਾਂ ਦੇ ਘਰ ਤੇ ਜਾਇਦਾਦਾਂ ਜ਼ਬਤ ਕਰ ਲਈਆਂ ਜਾਣ ਤੇ ਭਿਆਨਕ ਸਜ਼ਾਵਾਂ ਵੀ ਦਿੱਤੀਆਂ ਜਾਣ। ਜਦ ਕਸ਼ਮੀਰੀ ਪੰਡਤਾਂ ਉੱਤੇ ਇਹ ਸਖਤੀ ਹੋਣ ਲੱਗੀ ਤਾਂ ਉਹਨਾਂ ਨੇ ਕਸ਼ਮੀਰ ਦੇ ਸੂਬੇ ਪਾਸੋਂ 6 ਮਹੀਨੇ ਦੀ ਮੁਹੱਲਤ ਮੰਗੀ। ਉਹਨਾਂ ਨੇ ਕਿਹਾ ਕਿ ਇਸ ਅਰਸੇ ਵਿੱਚ ਜਾਂ ਤਾਂ ਉਹ ਮੁਸਲਮਾਨ ਬਣਨ ਦਾ ਫੈਸਲਾ ਕਰ ਲੈਣਗੇ ਜਾਂ ਫਿਰ ਜੋ ਸਜ਼ਾਵਾਂ ਹੋਣਗੀਆਂ ਉਹ ਭੁਗਤਣ ਲਈ ਤਿਆਰ ਹੋਣਗੇ। ਪੰਡਤਾਂ ਦੀ ਇਹ ਗੱਲ ਸੁਣ ਕੇ ਜਦ ਸੂਬੇ ਦੇ ਹਾਕਮ ਨੇ 6 ਮਹੀਨੇ ਦੀ ਮੁਹੱਲਤ ਦੇ ਦਿੱਤੀ ਤਾਂ ਪ੍ਰਮੁੱਖ ਪੰਡਤ ਇਕੱਠੇ ਹੋ ਕੇ ਅਮਰਨਾਥ ਦੇ ਪ੍ਰਸਿੱਧ ਮੰਦਰ ਵਿੱਚ ਸ਼ਿਵਜੀ ਅੱਗੇ ਬੇਨਤੀ ਕਰਕੇ ਆਸ਼ੀਰਵਾਦ ਲੈਣ ਗਏ। ਮੰਦਰ ਵਿੱਚ ਪਹੁੰਚ ਕੇ ਪੰਡਤਾਂ ਨੇ ਮਰਿਆਦਾ ਅਨੁਸਾਰ ਪੂਜਾ ਪਾਠ ਕਰਵਾਏ, ਸ਼ਿਵਜੀ ਅੱਗੇ ਸਹਾਇਤਾ ਵਾਸਤੇ ਪ੍ਰਾਰਥਨਾਵਾਂ ਕੀਤੀਆਂ, ਪਰ ਸ਼ਿਵਜੀ ਨੇ ਉਹਨਾਂ ਦੀ ਸਹਾਇਤਾ ਨਾ ਕੀਤੀ। ਮੌਤ ਉਹਨਾਂ ਨੂੰ ਸਾਹਮਣੇ ਨਜ਼ਰ ਆ ਰਹੀ ਸੀ। ਉਸ ਵੇਲੇ ਕਸ਼ਮੀਰੀ ਪੰਡਤਾਂ ਦਾ ਮੁਖੀ ਪੰਡਿਤ ਕਿਰਪਾ ਰਾਮ ਸੀ। ਉਸਨੇ ਸਾਰੇ ਬ੍ਰਾਹਮਣਾਂ ਨੂੰ ਇਹ ਸਲਾਹ ਦਿੱਤੀ ਕਿ ਇਸ ਸਮੇਂ ਜੇ ਕਿਸੇ ਮਹਾਂਪੁਰਖ ਜਾਂ ਪੁੱਜੇ ਹੋਏ ਸੰਤ ਫਕੀਰ ਦੀ ਸਹਾਇਤਾ ਲਈ ਜਾਵੇ ਤਾਂ ਅਸੀਂ ਬਚ ਸਕਦੇ ਹਾਂ। ਸ਼ਿਵਜੀ ਦੇ ਬੁੱਤ ਔਰੰਗਜ਼ੇਬ ਨੇ ਸਾਰੇ ਹੀ ਢਾਹ ਦਿੱਤੇ ਹਨ, ਫਿਰ ਵੀ ਸ਼ਿਵਜੀ ਨੇ ਉਸ ਉੱਤੇ ਕੋਈ ਕਹਿਰ ਨਹੀਂ ਢਾਇਆ। ਇਸ ਲਈ ਸਾਨੂੰ ਹੁਣ ਐਸੇ ਮਹਾਂਪੁਰਖ ਨੂੰ ਮਿਲਣਾ ਚਾਹੀਦਾ ਹੈ ਜਿਹੜਾ ਕਿਸੇ ਸ਼ਕਤੀ ਦਾ ਮਾਲਕ ਹੋਵੇ ਜਾਂ ਸਾਨੂੰ ਵੀ ਕੋਈ ਸਲਾਹ ਮਸ਼ਵਰਾ ਦੇ ਸਕੇ। ਸਾਰੇ ਪੰਡਤ ਜਦ ਉਸ ਨਾਲ ਸਹਿਮਤ ਹੋ ਗਏ ਤਾਂ ਉਸ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇੱਕ ਅਜਿਹੇ ਮਹਾਂਪੁਰਖ ਹੋਏ ਹਨ ਜਿਹੜੇ ਕਿਸੇ ਹਾਕਮ, ਬਾਦਸ਼ਾਹ ਜਾਂ ਜ਼ਾਲਮ ਪਾਸੋਂ ਨਹੀਂ ਡਰਦੇ ਸਨ। ਉਹਨਾਂ ਦੀ ਗੱਦੀ ਹਾਲੇ ਵੀ ਚੱਲਦੀ ਹੈ। ਉਹਨਾਂ ਦੀ ਗੁਰਗੱਦੀ ਦੇ ਮਾਲਕਾਂ ਵਿੱਚ ਜ਼ਾਲਮ ਦਾ ਟਾਕਰਾ ਕਰਨ ਦੀ ਸਮਰੱਥਾ ਹੈ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਛੋਟੀ ਜਿਹੀ ਫੌਜ ਨਾਲ ਇਹਨਾਂ ਮੁਸਲਮਾਨ ਹਾਕਮਾਂ ਨੂੰ ਭਾਜੜਾਂ ਪਾ ਦਿੱਤੀਆਂ ਸਨ। ਅੱਜ ਕੱਲ੍ਹ ਉਹਨਾਂ ਦੀ ਗੱਦੀ ਉੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਬੈਠੇ ਹਨ। ਉਹ ਬਹੁਤ ਕੋਮਲ ਹਿਰਦੇ ਦੇ ਮਾਲਕ ਹਨ। ਉਹ ਸਾਡੀ ਫਰਿਆਦ ਜ਼ਰੂਰ ਸੁਣਨਗੇ ਤੇ ਆਪਣੀ ਸ਼ਕਤੀ ਤੇ ਭਗਤੀ ਨਾਲ ਔਰੰਗਜ਼ੇਬ ਨੂੰ ਜ਼ੁਲਮ ਕਰਨ ਤੋਂ ਰੋਕ ਵੀ ਸਕਣਗੇ। ਸਾਰੇ ਬ੍ਰਾਹਮਣਾਂ ਉਸ ਦੀ ਇਹ ਗੱਲ ਸਵੀਕਾਰ ਕਰ ਲਈ ਤੇ ਗੁਰੂ ਜੀ ਨੂੰ ਮਿਲਣ ਲਈ ਅੰਮ੍ਰਿਤਸਰ ਪੁੱਜੇ। ਪਰ ਉੱਥੋਂ ਉਹਨਾਂ ਨੂੰ ਪਤਾ ਲੱਗਾ ਕਿ ਗੁਰੂ ਸਾਹਿਬ ਜੀ ਆਨੰਦਪੁਰ ਸਾਹਿਬ ਵਿੱਚ ਹਨ। ਇਸ ਲਈ ਪੰਡਤ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਸਾਰੇ ਪੰਡਤ ਗੁਰੂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਏ। ਗੁਰੂ ਜੀ ਉਸ ਸਮੇਂ ਆਪਣੇ ਦੀਵਾਨ ਅਸਥਾਨ ਮੰਜੀ ਸਾਹਿਬ ਤੇ ਬਿਰਾਜਮਾਨ ਸਨ। ਪੰਡਤਾਂ ਨੇ ਹਾਜ਼ਰ ਹੋ ਕੇ ਬੇਨਤੀ ਕੀਤੀ, ਮਹਾਰਾਜ, ਤਾਕਤ ਦੇ ਨਸ਼ੇ ਵਿੱਚ ਚੂਰ ਔਰੰਗਜ਼ੇਬ ਸਾਨੂੰ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਸਾਡੀ ਉਸ ਤੇ ਜ਼ੁਲਮ ਤੋਂ ਰੱਖਿਆ ਕਰੋ। ਸਾਰੇ ਹਿੰਦੂ ਧਰਮ ਦੇ ਚਿੰਨ੍ਹ, ਤਿਲਕ, ਜੰਝੂ ਨੂੰ ਅੱਜ ਖਤਰਾ ਹੈ। ਉਹ ਸਾਨੂੰ ਮੁਸਲਮਾਨ ਬਣਾ ਕੇ ਸਾਰੇ ਹਿੰਦੁਸਤਾਨ ਨੂੰ ਹੀ ਮੁਸਲਮਾਨ ਬਣਾ ਲੈਣਾ ਚਾਹੁੰਦਾ ਹੈ। ਪਰ ਆਪ ਜੀ ਸਾਡੀ ਰੱਖਿਆ ਕਰ ਸਕਦੇ ਹੋ। ਆਪ ਹੀ ਹਿੰਦੁਸਤਾਨ ਦੇ ਹਿੰਦੂਆਂ ਨੂੰ ਮੁਸਲਮਾਨ ਬਣਨ ਤੋਂ ਰੋਕ ਸਕਦੇ ਹੋ। ਅਸੀਂ 6 ਮਹੀਨੇ ਦੀ ਮੁਹੱਲਤ ਲੈ ਕੇ ਆਏ ਹਾਂ। ਇਸ 6 ਮਹੀਨੇ ਪਿੱਛੋਂ ਜਾਂ ਤਾਂ ਸਾਨੂੰ ਮੁਸਲਮਾਨ ਹੋਣਾ ਪਵੇਗਾ ਜਾਂ ਕਤਲ। ਪੰਡਤਾਂ ਦੀ ਇਹ ਦੁੱਖ ਭਰੀ ਕਹਾਣੀ ਸੁਣ ਕੇ ਗੁਰੂ ਸਾਹਿਬ ਜੀ ਖਾਮੋਸ਼ ਹੋ ਗਏ, ਕੁਝ ਸੋਚਣ ਲੱਗ ਪਏ। ਗੁਰੂ ਜੀ ਆਪਣੀ ਇਸ ਸੋਚ ਵਿੱਚ ਹੀ ਲੀਨ ਸਨ ਕਿ ਸਾਹਿਬਜ਼ਾਦਾ ਗੋਬਿੰਦ ਰਾਏ ਜੀ ਉੱਥੇ ਆ ਪਹੁੰਚੇ। ਗੁਰੂ ਸਾਹਿਬ ਜੀ ਨੂੰ ਇੱਕ ਡੂੰਘੀ ਸੋਚ ਵਿੱਚ ਲੀਨ ਵੇਖ ਕੇ ਕਹਿਣ ਲੱਗੇ, ਪਿਤਾ ਜੀ, ਕੀ ਸੋਚ ਰਹੇ ਹੋ? ਇਹ ਲੋਕ ਕੌਣ ਹਨ? ਸਾਹਿਬਜ਼ਾਦੇ ਦੀ ਗੱਲ ਸੁਣ ਕੇ ਗੁਰੂ ਜੀ ਬੋਲੇ, ਬੇਟਾ, ਇਹ ਕਸ਼ਮੀਰ ਦੇ ਦੁਖੀ ਪੰਡਤ ਹਨ। ਔਰੰਗਜ਼ੇਬ ਇੱਕ ਜ਼ਾਲਮ ਬਾਦਸ਼ਾਹ ਹੈ। ਉਹ ਇਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਹੈ। ਇਹਨਾਂ ਦੀ ਰੱਖਿਆ ਵਾਸਤੇ ਕਿਸੇ ਮਹਾਂਪੁਰਖ ਦੀ ਕੁਰਬਾਨੀ ਦੀ ਲੋੜ ਹੈ। ਜੇ ਇਹ ਮੁਸਲਮਾਨ ਹੋਣਾ ਪ੍ਰਵਾਨ ਨਹੀਂ ਕਰਨਗੇ ਤਾਂ ਇਹਨਾਂ ਨੂੰ ਕਤਲ ਕਰ ਦਿੱਤਾ ਜਾਵੇਗਾ। ਆਪਣੇ ਪਿਤਾ ਪਾਸੋਂ ਇਹ ਗੱਲ ਸੁਣ ਕੇ ਸਾਹਿਬਜ਼ਾਦੇ ਕਹਿਣ ਲੱਗੇ,
ਪਿਤਾ ਜੀ, ਆਪ ਜੀ ਨਾਲੋਂ ਹੋਰ ਕਿਹੜਾ ਵੱਡਾ ਮਹਾਂਪੁਰਖ ਹੈ ਜਿਹੜਾ ਇਹਨਾਂ ਦੀ ਰੱਖਿਆ ਕਰ ਸਕੇ। ਆਪ ਜੀ ਇਹਨਾਂ ਦੀ ਕਿਸੇ ਤਰ੍ਹਾਂ ਵੀ ਸਹਾਇਤਾ ਕਰੋ। ਆਪਣੇ ਦਲੇਰ ਪੁੱਤਰ ਦੀ ਇਹ ਗੱਲ ਸੁਣ ਕੇ ਗੁਰੂ ਸਾਹਿਬ ਜੀ ਨੇ ਪੰਡਤਾਂ ਨੂੰ ਕਿਹਾ, ਜਾ ਕੇ ਆਪਣੇ ਸੂਬੇ ਦੇ ਹਾਕਮ ਨੂੰ ਕਹਿ ਦੇਵੋ ਕਿ ਜੇ ਉਹ ਸਾਡੇ ਧਾਰਮਿਕ ਆਗੂ ਗੁਰੂ ਤੇਗ ਬਹਾਦਰ ਜੀ ਨੂੰ ਮੁਸਲਮਾਨ ਬਣਾ ਲਵੇਗਾ ਤਾਂ ਉਹ ਵੀ ਮੁਸਲਮਾਨ ਬਣ ਜਾਣਗੇ। ਅਸੀਂ ਤਿਲਕ ਜੰਜੂ ਨੂੰ ਤਾਂ ਨਹੀਂ ਮੰਨਦੇ, ਪਰ ਦੁਖੀਆਂ ਦੀ ਪੁਕਾਰ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਇੱਕ ਬਾਦਸ਼ਾਹ ਨੂੰ ਇਹ ਸੋਭਦਾ ਨਹੀਂ ਕਿ ਉਹ ਆਪਣੀ ਪ੍ਰਜਾ ਤੇ ਇੰਨਾ ਜ਼ੁਲਮ ਢਾਏ, ਉਹਨਾਂ ਦੇ ਧਰਮ ਵਿੱਚ ਦਖਲਅੰਦਾਜ਼ੀ ਕਰੇ। ਸਾਨੂੰ ਇਸ ਗੱਲ ਦੀ ਪ੍ਰਸੰਨਤਾ ਵੀ ਹੈ ਕਿ ਸਾਡੇ ਪੁੱਤਰ ਨੇ ਆਪ ਦੀ ਰੱਖਿਆ ਕਰਨ ਲਈ ਸਾਨੂੰ ਖੁੱਲ੍ਹ ਦੇ ਦਿੱਤੀ ਹੈ। ਹੁਣ ਸਾਨੂੰ ਕਿਸੇ ਗੱਲ ਦਾ ਭੈ ਨਹੀਂ। ਔਰੰਗਜ਼ੇਬ ਜੋ ਵੀ ਕਰਨਾ ਚਾਹੇ ਕਰ ਲਵੇ, ਅਸੀਂ ਉਸ ਨਾਲ ਟੱਕਰ ਲੈਣ ਲਈ ਤਿਆਰ ਹਾਂ। ਗੁਰੂ ਸਾਹਿਬ ਜੀ ਦੇ ਬਚਨ ਸੁਣ ਕੇ ਪੰਡਤ ਖੁਸ਼ੀ-ਖੁਸ਼ੀ ਚਲੇ ਗਏ। ਬ੍ਰਾਹਮਣ ਜਿਸ ਕਾਰਨ ਲਈ ਗੁਰੂ ਸਾਹਿਬ ਜੀ ਪਾਸ ਆਏ ਸਨ, ਉਹ ਕਾਰਜ ਉਹਨਾਂ ਦਾ ਸਿੱਧ ਹੋ ਗਿਆ। ਉਹਨਾਂ ਦਾ ਭੈ ਹੁਣ ਜਾਂਦਾ ਰਿਹਾ ਤੇ ਖੁਸ਼ੀ-ਖੁਸ਼ੀ ਕਸ਼ਮੀਰ ਦੇ ਗਵਰਨਰ ਇਫਤਖਾਰ ਖਾਂ ਨੂੰ ਜਾ ਮਿਲੇ। ਉਹਨਾਂ ਉਸ ਨੂੰ ਸਾਰੀ ਕਹਾਣੀ ਸੁਣਾਈ ਤੇ ਕਿਹਾ, ਗੁਰੂ ਤੇਗ ਬਹਾਦਰ ਜੀ ਸਾਡੇ ਧਰਮ ਦੇ ਆਗੂ ਹਨ। ਜੇ ਤੁਸੀਂ ਉਹਨਾਂ ਨੂੰ ਮੁਸਲਮਾਨ ਬਣਾ ਲਵੋ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ। ਇਫਤਖਾਰ ਖਾਂ ਨੇ ਇਸ ਬਾਰੇ ਸਭ ਕੁਝ ਔਰੰਗਜ਼ੇਬ ਨੂੰ ਦੱਸ ਦਿੱਤਾ। ਔਰੰਗਜ਼ੇਬ ਨੇ ਪੰਡਤਾਂ ਦੀ ਇਹ ਗੱਲ ਸੁਣ ਕੇ ਇਹ ਸੋਚਿਆ ਕਿ ਇੱਕ ਵਿਅਕਤੀ ਨੂੰ ਆਪਣੇ ਦੀਨ ਵਿੱਚ ਲਿਆਉਣ ਨਾਲ ਜੇ ਸਾਰੇ ਹਿੰਦੂ ਮੁਸਲਮਾਨ ਬਣਨ ਨੂੰ ਤਿਆਰ ਹਨ ਤਾਂ ਸਾਨੂੰ ਹੋਰ ਕੀ ਚਾਹੀਦਾ ਹੈ। ਇਸ ਲਈ ਗੁਰੂ ਤੇਗ ਬਹਾਦਰ ਜੀ ਨੂੰ ਹਰ ਹਾਲਤ ਵਿੱਚ ਇਸਲਾਮ ਵਿੱਚ ਲਿਆਉਣਾ ਜ਼ਰੂਰੀ ਹੈ। ਪੰਡਤਾਂ ਦੇ ਜਾਣ ਬਾਅਦ ਹੀ ਗੁਰੂ ਸਾਹਿਬ ਜੀ ਨੇ ਦਿੱਲੀ ਜਾਣ ਦੀ ਤਿਆਰੀ ਕਰ ਲਈ। ਗੁਰਗੱਦੀ ਉਹਨਾਂ ਗੋਬਿੰਦ ਰਾਏ ਨੂੰ ਸੌਂਪ ਦੇਣ ਲਈ ਕਿਹਾ। ਸਿੱਖਾਂ ਸਮੇਤ ਚੱਲ ਪਏ। ਅਨੰਦਪੁਰ ਸਾਹਿਬ ਵਿੱਚ ਸਿੱਖ ਬੜੀ ਵੱਡੀ ਗਿਣਤੀ ਵਿੱਚ ਪੁੱਜੇ। ਉਹਨਾਂ ਵੀ ਗੁਰੂ ਸਾਹਿਬ ਜੀ ਦੇ ਨਾਲ ਜਾਣ ਦੀ ਆਗਿਆ ਮੰਗੀ, ਪਰ ਗੁਰੂ ਜੀ ਨੇ ਇੱਕ ਲਕੀਰ ਮਾਰ ਦਿੱਤੀ ਕਿ ਇਸ ਲਕੀਰ ਤੋਂ ਅੱਗੇ ਕੋਈ ਸਿੱਖ ਵੀ ਨਹੀਂ ਆਵੇਗਾ। ਉਹਨਾਂ ਸਿੱਖਾਂ ਨੂੰ ਹਦਾਇਤ ਕੀਤੀ ਕਿ ਸਾਹਿਬਜ਼ਾਦੇ ਗੋਬਿੰਦ ਰਾਏ ਦਾ ਖਿਆਲ ਰੱਖਣਾ, ਉਹਨਾਂ ਦੀ ਆਗਿਆ ਦਾ ਪਾਲਣ ਕਰਨਾ। ਵਿਦਾਇਗੀ ਸਮੇਂ ਉਹਨਾਂ ਆਪਣੇ ਸਾਹਿਬਜ਼ਾਦੇ ਗੋਬਿੰਦ ਰਾਏ ਨੂੰ ਜੱਫੀ ਵਿੱਚ ਲਿਆ। ਜਦ ਮਾਤਾ ਨਾਨਕੀ ਜੀ ਨੇ ਉਦਾਸੀ ਵਿਖਾਈ ਤਾਂ ਆਪ ਜੀ ਨੇ ਸਭ ਨੂੰ ਆਦੇਸ਼ ਦਿੱਤਾ ਕਿ ਇਸ ਜੱਗ ਵਿੱਚ ਕੋਈ ਸਦਾ ਨਹੀਂ ਰਿਹਾ ਤੇ ਨਾ ਰਹੇਗਾ। ਸਰੀਰਾਂ ਦਾ ਰਿਸ਼ਤਾ ਸਦਾ ਕਾਇਮ ਨਹੀਂ ਰਹਿੰਦਾ। ਪ੍ਰਭੂ ਦਾ ਸਿਮਰਨ ਕਰੋ, ਜਿਸ ਨੇ ਅੰਤ ਸਮੇਂ ਸਾਡਾ ਸਹਾਈ ਹੋਣਾ ਹੈ। ਗੁਰੂ ਸਾਹਿਬ ਜੀ ਨੇ ਆਪਣੇ ਨਾਲ ਭਾਈ ਦਿਆਲਾ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਗੁਰਦਿੱਤਾ, ਭਾਈ ਜੈਤਾ ਤੇ ਭਾਈ ਉਦੇ ਚੰਦ, ਜਿਨ੍ਹਾਂ ਸਿੱਖਾਂ ਨੂੰ ਗੁਰੂ ਜੀ ਨੇ ਪਰਿਵਾਰ ਦੀ ਸੇਵਾ ਸੰਭਾਲ ਵਾਸਤੇ ਛੱਡਿਆ, ਉਹਨਾਂ ਵਿੱਚ ਮਾਮਾ ਕਿਰਪਾਲ ਚੰਦ, ਭਾਈ ਜੀਤਮਲ, ਭਾਈ ਸੰਗੋ ਸ਼ਾਹ, ਭਾਈ ਗੁਲਾਬ ਚੰਦ, ਭਾਈ ਗੁੰਗਾ ਰਾਮ ਤੇ ਭਾਈ ਮਾਹਰੀ ਚੰਦ। ਇਸ ਤਰ੍ਹਾਂ ਸਾਰੇ ਪ੍ਰਬੰਧ ਕਰਕੇ ਗੁਰੂ ਜੀ ਘੋੜਿਆਂ ਤੇ ਸਵਾਰ ਹੋ ਕੇ ਆਪਣੀ ਇਲਾਹੀ ਯਾਤਰਾ ਤੇ ਚੱਲ ਪਏ। ਅਨੰਦਪੁਰ ਤੋਂ ਚੱਲ ਕੇ ਗੁਰੂ ਸਾਹਿਬ ਜੀ ਕੀਰਤਪੁਰ ਪੁੱਜੇ। ਇੱਥੇ ਆਪਣੇ ਵੱਡੇ ਭਰਾ ਸੂਰਜਮਲ ਜੀ ਤੇ ਉਹਨਾਂ ਦੇ ਪਰਿਵਾਰ, ਮਾਤਾ ਕ੍ਰਿਸ਼ਨ ਕੌਰ ਜੀ ਤੇ ਹੋਰ ਸੰਬੰਧੀਆਂ ਨੂੰ ਮਿਲੇ। ਇੱਥੇ ਇੱਕ ਰਾਤ ਉਹਨਾਂ ਵਿਸ਼ਰਾਮ ਕੀਤਾ। ਗੁਰੂ ਜੀ ਸੈਫਾਬਾਦ ਨਵਾਬ ਸੈਫ ਖਾਂ ਪਾਸ ਜਾ ਠਹਿਰੇ। ਨਵਾਬ ਨੇ ਬੜੇ ਪ੍ਰੇਮ ਨਾਲ ਆਪ ਜੀ ਦੀ ਸੇਵਾ ਕੀਤੀ ਤੇ ਬਰਸਾਤ ਦੇ 2.5 ਮਹੀਨੇ ਆਪਣੇ ਪਾਸ ਟਿਕਾਈ ਰੱਖਿਆ। ਨਵਾਬ ਨੂੰ ਇਹ ਪਤਾ ਲੱਗ ਗਿਆ ਸੀ ਕਿ ਗੁਰੂ ਜੀ ਕਿਸ ਕਾਰਨ ਦਿੱਲੀ ਜਾ ਰਹੇ ਹਨ। ਇਸ ਲਈ ਉਹਨਾਂ ਗੁਰੂ ਜੀ ਨੂੰ ਦਿੱਲੀ ਜਾਣ ਤੋਂ ਰੋਕਿਆ ਤੇ ਕਿਹਾ, ਜਦ ਔਰੰਗਜ਼ੇਬ ਹਸਨ ਅਬਦਾਲ ਤੋਂ ਵਾਪਸ ਆ ਜਾਵੇਗਾ ਤਾਂ ਉਹ ਉਸ ਨਾਲ ਗੱਲ ਕਰਨਗੇ। ਇਸ ਉਪਰੰਤ ਹੀ ਆਪ ਜੀ ਦਿੱਲੀ ਜਾਣਾ। ਗੁਰੂ ਜੀ ਦਾ ਇੱਥੇ ਠਹਿਰਨਾ ਸੁਣ ਕੇ ਇਲਾਕੇ ਦੀਆਂ ਬਹੁਤ ਸੰਗਤਾਂ ਆਪ ਜੀ ਦੇ ਦਰਸ਼ਨਾਂ ਨੂੰ ਆਈਆਂ। ਜਦ ਬਰਸਾਤ ਦਾ ਸਮਾਂ ਲੰਘ ਗਿਆ ਤਾਂ ਔਰੰਗਜ਼ੇਬ ਵੀ ਦਿੱਲੀ ਵਾਪਸ ਨਾ ਪੁੱਜਾ ਤਾਂ ਗੁਰੂ ਸਾਹਿਬ ਜੀ ਨੇ ਨਵਾਬ ਨੂੰ ਕਿਹਾ, ਵਾਹਿਗੁਰੂ ਦਾ ਭਾਣਾ ਅਟੱਲ ਹੈ, ਸਾਨੂੰ ਉਸ ਦੀ ਰਜ਼ਾ ਵਿੱਚ ਰਹਿਣਾ ਚਾਹੀਦਾ ਹੈ। ਅਸੀਂ ਜਿਸ ਕਾਰਜ ਵਾਸਤੇ ਚੱਲੇ ਹਾਂ ਉਸ ਤੋਂ ਹੁਣ ਕਿਸੇ ਤਰ੍ਹਾਂ ਵੀ ਪਿੱਛੇ ਨਹੀਂ ਹਟਿਆ ਜਾ ਸਕਦਾ। ਸੈਫਾਬਾਦ ਤੋਂ ਆਪ ਗਿਲੋਰੋ, ਕੈਥਲ, ਜੀਂਦ ਹੁੰਦੇ ਹੋਏ ਘਨੌੜ ਪਹੁੰਚੇ। ਘਨੌੜ ਵਿਖੇ ਇੱਕ ਸੰਤ ਬੌਲੀ ਉੱਥੇ ਰਹਿੰਦਾ ਸੀ। ਉਸਨੇ ਗੁਰੂ ਜੀ ਦੇ ਦਰਸ਼ਨ ਕਰਕੇ ਬੇਨਤੀ ਕੀਤੀ, ਮਹਾਰਾਜ, ਮੈਂ ਬਹੁਤ ਜਪ ਤਪ, ਤੀਰਥ ਆਦਿ ਕੀਤੇ ਹਨ ਤੇ ਯੋਗ ਸਾਧਨਾ ਵੀ ਕੀਤੀ ਹੈ, ਪਰ ਮੇਰੇ ਮਨ ਤੋਂ ਵੈਰ ਵਿਰੋਧ ਤੇ ਅਹੰਕਾਰ ਜਿਹੇ ਔਗਣ ਦੂਰ ਨਹੀਂ ਹੋਏ, ਜਿਸ ਕਰਕੇ ਮੇਰੇ ਮਨ ਨੂੰ ਸ਼ਾਂਤੀ ਪ੍ਰਾਪਤ ਨਹੀਂ ਹੋਈ। ਗੁਰੂ ਜੀ ਨੇ ਉਸ ਨੂੰ ਸਮਝਾਇਆ, ਬ੍ਰਹਮ ਗਿਆਨ ਤੋਂ ਬਗੈਰ ਲੋਭ ਮੋਹ ਹੰਕਾਰ ਦੂਰ ਨਹੀਂ ਹੋ ਸਕਦੇ। ਜਦ ਤੱਕ ਇਹ ਦੂਰ ਨਹੀਂ ਹੁੰਦੇ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਤੋਂ ਚੱਲਿਆਂ ਪੂਰਾ 1 ਸਾਲ ਹੋ ਗਿਆ ਸੀ। ਆਗਰੇ ਵਿੱਚ ਆਪ ਜੀ ਦੀ ਸ਼ਰਧਾਲੂ ਇੱਕ ਮਾਈ ਰਹਿੰਦੀ ਸੀ, ਜਿਸ ਦੇ ਘਰ ਆਪ ਪਹਿਲੀ ਪੂਰਬ ਯਾਤਰਾ ਸਮੇਂ ਕਈ ਦਿਨ ਠਹਿਰੇ ਸਨ। ਉਹ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਤਰਸ ਰਹੀ ਸੀ ਤੇ ਹਰ ਵੇਲੇ ਬੇਨਤੀਆਂ ਕਰਦੀ ਸੀ ਕਿ ਗੁਰੂ ਜੀ ਆਗਰੇ ਆ ਕੇ
ਹੋਰ ਸਿੱਖ ਪ੍ਰੇਮੀਆਂ ਨੂੰ ਵੀ ਨਿਹਾਲ ਕਰਨ। ਜਾਣੀ ਜਾਣ ਸਤਿਗੁਰੂ ਉਸ ਦੇ ਘਰ ਗਏ। ਉਸ ਦੀ ਇੱਛਾ ਪੂਰੀ ਕਰਕੇ ਆਪ ਸ਼ਹਿਰ ਤੋਂ ਬਾਹਰ ਇੱਕ ਬਾਗ ਵਿੱਚ ਉਤਾਰਾ ਕੀਤਾ। ਉਹਨਾਂ ਇੱਥੇ ਇੱਕ ਬੜੇ ਅਨੋਖੇ ਢੰਗ ਨਾਲ ਆਪਣੀ ਗ੍ਰਿਫਤਾਰੀ ਦਾ ਕੌਤਕ ਰਚਿਆ। ਉਸ ਬਾਗ ਵਿੱਚ ਇੱਕ ਮੁੰਡਾ ਭੇਡਾਂ ਬੱਕਰੀਆਂ ਚਾਰ ਰਿਹਾ ਸੀ। ਉਸ ਨੂੰ ਆਪ ਜੀ ਨੇ ਇੱਕ ਕੀਮਤੀ ਮੁੰਦਰੀ ਦਿੱਤੀ ਕਿ ਇਸ ਨੂੰ ਗਹਿਣੇ ਰੱਖ ਕੇ ਸਾਡੇ ਲਈ ਇਸ ਦੁਸ਼ਾਲੇ ਵਿੱਚ 2 ਸੇਰ ਜਲੇਬੀਆਂ ਪਵਾ ਲਿਆਵੇ। ਪਰ ਜਦ ਮੁੰਡਾ 2 ਕੀਮਤੀ ਚੀਜ਼ਾਂ ਲੈ ਕੇ ਹਲਵਾਈ ਪਾਸ ਗਿਆ ਤਾਂ ਹਲਵਾਈ ਨੂੰ ਸ਼ੱਕ ਹੋ ਗਿਆ ਕਿ ਮੁੰਡਾ ਜ਼ਰੂਰ ਕੋਈ ਚੋਰ ਹੈ। ਚੋਰੀ ਦਾ ਮਾਲ ਲੈ ਕੇ ਉਹ ਕੋਤਵਾਲੀ ਪੁਲਿਸ ਪਾਸ ਚਲਾ ਗਿਆ। ਜਦ ਪੁਲਿਸ ਨੇ ਮੁੰਡੇ ਪਾਸੋਂ ਪੁੱਛਿਆ ਤਾਂ ਉਸ ਗੁਰੂ ਸਾਹਿਬ ਜੀ ਦਾ ਟਿਕਾਣਾ ਦੱਸਿਆ। ਇਸ ਤਰ੍ਹਾਂ ਪੁਲਿਸ ਨੇ ਗੁਰੂ ਜੀ ਨੂੰ ਗ੍ਰਿਫਤਾਰ ਕਰ ਲਿਆ। ਗੁਰੂ ਸਾਹਿਬ ਜੀ ਨੂੰ ਕਿਸੇ ਪ੍ਰਕਾਰ ਦਾ ਵੀ ਡਰ ਜਾਂ ਭੈ ਨਹੀਂ ਸੀ। ਅਸਲ ਵਿੱਚ ਉਹ ਤਾਂ ਆਗਰੇ ਦੀ ਸੰਗਤ ਨੂੰ ਮਿਲਣ ਦਾ ਵਾਅਦਾ ਕਰ ਚੁੱਕੇ ਸਨ। ਇਸ ਲਈ ਉਹ ਚਾਹੁੰਦੇ ਸਨ ਕਿ ਆਗਰੇ ਦੀ ਸੰਗਤ ਨੂੰ ਮਿਲਣ ਉਪਰੰਤ ਹੀ ਗ੍ਰਿਫਤਾਰੀ ਦਿੱਤੀ ਜਾਵੇ। ਇਸ ਲਈ ਉਹ ਆਪਣਾ ਕਾਰਜ ਪੂਰਾ ਕਰ ਚੁੱਕੇ ਸਨ ਤੇ ਖੁਸ਼ੀ-ਖੁਸ਼ੀ ਆਗਰੇ ਦੀ ਪੁਲਿਸ ਦੇ ਨਾਲ ਚੱਲ ਪਏ। ਗੁਰੂ ਜੀ ਨੂੰ 3 ਸਿੱਖਾਂ ਸਹਿਤ ਫੜ ਕੇ ਦਿੱਲੀ ਲਿਆਂਦਾ ਗਿਆ ਤੇ ਬਾਦਸ਼ਾਹ ਔਰੰਗਜ਼ੇਬ ਦੇ ਭੇਜੇ ਹੁਕਮ ਅਨੁਸਾਰ ਇੱਕ ਵੱਖਰੀ ਹਵੇਲੀ ਵਿੱਚ ਕੈਦ ਕਰ ਦਿੱਤਾ। ਭਾਈ ਗੁਰਦਿੱਤਾ ਜੀ ਤੇ ਭਾਈ ਉਦੇ ਜੀ ਨੂੰ ਗੁਰੂ ਜੀ ਨੇ ਆਗਰੇ ਵਿਖੇ ਹੀ ਗ੍ਰਿਫਤਾਰੀ ਦੇਣ ਤੋਂ ਰੋਕ ਦਿੱਤਾ ਸੀ ਤਾਂ ਕਿ ਉਹ ਸਾਕੇ ਪਿੱਛੋਂ ਮੌਕਾ ਸੰਭਾਲਣ ਤੇ ਸਾਰੀ ਕਾਰਵਾਈ ਬਾਰੇ ਖਬਰਾਂ ਆਨੰਦਪੁਰ ਸਾਹਿਬ ਪਹੁੰਚਾਉਂਦੇ ਰਹਿਣ। ਭਾਈ ਗੁਰਦਿੱਤਾ ਜੀ ਤੇ ਭਾਈ ਉਦੇ ਚੰਦ ਜੀ ਵੀ ਦਿੱਲੀ ਪਹੁੰਚ ਗਏ ਤੇ ਭਾਈ ਜੈਤਾ ਜੀ ਪਾਸ ਠਹਿਰੇ ਸਨ। ਭਾਈ ਜੈਤਾ ਜੀ ਪਹਿਲਾਂ ਹੀ ਦਿੱਲੀ ਪਹੁੰਚ ਗਏ। ਜਦ ਗੁਰੂ ਸਾਹਿਬ ਦੇ ਕੈਦ ਹੋ ਜਾਣ ਬਾਰੇ ਖਬਰ ਔਰੰਗਜ਼ੇਬ ਨੂੰ ਮਿਲੀ ਤਾਂ ਉਹਨਾਂ ਵੱਲੋਂ ਲਿਖਿਆ ਹੋਇਆ ਹੁਕਮ ਲੈ ਕੇ ਕਾਜੀ ਗੁਰੂ ਸਾਹਿਬ ਜੀ ਪਾਸ ਆਇਆ ਤੇ ਕਿਹਾ ਕਿ ਬਾਦਸ਼ਾਹ ਦਾ ਹੁਕਮ ਹੈ ਕਿ ਆਪ ਜੇ ਸੱਚੇ ਪੀਰ ਹੋ ਤਾਂ ਕੋਈ ਕਰਾਮਤ ਕਰਕੇ ਵਿਖਾਓ। ਜੇ ਕੋਈ ਕਰਾਮਤ ਨਹੀਂ ਵਿਖਾ ਸਕਦੇ ਤਾਂ ਮੁਸਲਿਮ ਦੀਨ ਪ੍ਰਵਾਨ ਕਰੋ। ਜੇ ਤੁਸੀਂ ਇਹਨਾਂ ਦੋਵਾਂ ਗੱਲਾਂ ਵਿੱਚੋਂ ਕੋਈ ਨਹੀਂ ਮੰਨਣੀ ਤਾਂ ਫਿਰ ਕਤਲ ਵਾਸਤੇ ਤਿਆਰ ਹੋ ਜਾਓ। ਬਾਦਸ਼ਾਹ ਵੱਲੋਂ ਇਹਨਾਂ 3 ਗੱਲਾਂ ਦਾ ਹੁਕਮ ਸੁਣ ਕੇ ਗੁਰੂ ਸਾਹਿਬ ਜੀ ਨੇ ਫਰਮਾਇਆ, ਕਰਾਮਾਤ ਨਾਮ ਕਹਿਰ ਦਾ ਹੈ। ਇਸ ਦੇ ਨਾਲ ਤਾਂ ਰੱਬ ਦੇ ਬੰਦਿਆਂ ਨੂੰ ਸ਼ਰਮ ਆਉਂਦੀ ਹੈ। ਦੂਸਰਾ ਰਿਹਾ ਇਸਲਾਮ ਧਰਮ ਵਿੱਚ ਆਉਣ ਦਾ। ਪਰਮਾਤਮਾ ਨੇ ਸਾਨੂੰ ਜਿਸ ਧਰਮ ਵਿੱਚ ਪੈਦਾ ਕੀਤਾ ਹੈ ਉਹ ਛੱਡ ਕੇ ਕਿਸੇ ਲੋਭ ਅਧੀਨ ਦੂਸਰੇ ਮਜ਼ਹਬ ਨੂੰ ਅਪਣਾਉਣਾ ਵੱਡਾ ਗੁਨਾਹ ਹੈ। ਅਸੀਂ ਆਪਣੇ ਧੁਰ ਦਰਗਾਹੋਂ ਮਿਲੇ ਦੀਨ ਵਿੱਚ ਹੀ ਜੀਵਾਂਗੇ ਤੇ ਇਸ ਧਰਮ ਵਿੱਚ ਹੀ ਮਰਾਂਗੇ। ਤੀਸਰਾ ਤੁਸੀਂ ਕਤਲ ਹੋ ਜਾਣ ਬਾਰੇ ਕਿਹਾ। ਉਹ ਸਾਨੂੰ ਕੀੜੇ ਮੱਥੇ ਪ੍ਰਵਾਨ ਹੈ। ਇਹ ਜਗਤ ਇੱਕ ਮੁਸਾਫਰਖਾਨਾ ਹੈ। ਇੱਥੇ ਕਿਸੇ ਨੇ ਸਦਾ ਨਹੀਂ ਰਹਿਣਾ। ਫਿਰ ਸਾਨੂੰ ਮੌਤ ਦਾ ਭੈ ਕੀ? ਗੁਰੂ ਜੀ ਪਾਸੋਂ ਅਜਿਹਾ ਉੱਤਰ ਸੁਣ ਕੇ ਗੁਰੂ ਜੀ ਨੂੰ ਤੰਗ ਕੋਠੜੀ ਵਿੱਚ ਕੈਦ ਕਰ ਦਿੱਤਾ। ਗੁਰੂ ਜੀ ਨੂੰ ਭੁੱਖਾ ਤ੍ਰਿਹਾਇਆ ਰੱਖਿਆ ਗਿਆ ਤੇ ਕਈ ਪ੍ਰਕਾਰ ਦੇ ਤਸੀਹੇ ਦਿੱਤੇ ਗਏ। ਜਦ ਗੁਰੂ ਜੀ ਫਿਰ ਵੀ ਅਡੋਲ ਰਹੇ ਤਾਂ ਇਹ ਹੁਕਮ ਦਿੱਤਾ ਗਿਆ ਕਿ ਇਹਨਾਂ ਦੇ ਸਾਥੀਆਂ ਨੂੰ ਸਖਤ ਤਸੀਹੇ ਦੇ ਕੇ ਕਤਲ ਕਰ ਦਿੱਤਾ ਜਾਵੇ। ਆਪਣੇ ਸਾਥੀਆਂ ਦੀ ਮੌਤ ਵੇਖ ਕੇ ਇਹ ਆਪ ਹੀ ਡਰ ਕੇ ਸਾਡੀ ਗੱਲ ਪ੍ਰਵਾਨ ਕਰ ਲੈਣਗੇ। ਕਾਜੀ ਨੇ ਇਹ ਫਤਵਾ ਦਿੱਤਾ ਕਿ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰਿਆ ਜਾਵੇ, ਭਾਈ ਦਿਆਲਾ ਜੀ ਨੂੰ ਉਬਲਦੀ ਦੇਗ ਵਿੱਚ ਉਬਾਲਿਆ ਜਾਵੇ ਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ ਜਾਵੇ। ਕਾਜੀ ਦੇ ਫਤਵੇ ਅਨੁਸਾਰ ਹੀ ਭਾਈ ਮਤੀ ਦਾਸ ਜੀ ਨੂੰ 2 ਫੱਟਿਆਂ ਵਿੱਚ ਬੰਨ੍ਹ ਕੇ ਸਿਰ ਤੇ ਆਰਾ ਰੱਖ ਕੇ 2 ਫਾੜ ਕਰ ਦਿੱਤੇ। ਭਾਈ ਮਤੀ ਦਾਸ ਨੇ ਸੀ ਵੀ ਨਾ ਕੀਤੀ ਤੇ ਆਖਰੀ ਸਾਹ ਤੱਕ ਪਾਠ ਕਰਦੇ ਰਹੇ। ਦੂਸਰੇ ਦਿਨ ਭਾਈ ਦਿਆਲਾ ਜੀ ਨੂੰ ਪਾਣੀ ਦੀ ਉਬਲਦੀ ਦੇਗ ਵਿੱਚ ਬਿਠਾ ਕੇ ਸ਼ਹੀਦ ਕੀਤਾ ਗਿਆ। ਤੀਸਰੇ ਦਿਨ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਾ ਦਿੱਤੀ। ਇਹਨਾਂ 3 ਵਿੱਚੋਂ ਕੋਈ ਵੀ ਆਪਣੇ ਧਰਮ ਤੋਂ ਨਾ ਡੋਲਿਆ। ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਦੀ ਸ਼ਹੀਦੀ ਦਾ ਗੁਰੂ ਸਾਹਿਬ ਜੀ ਉੱਤੇ ਕੋਈ ਪ੍ਰਭਾਵ ਨਾ ਪਿਆ। ਉਹ ਸ਼ਾਂਤ ਤੇ ਅਡੋਲ ਰਹੇ। ਬਾਦਸ਼ਾਹ ਵੱਲੋਂ ਇਹ ਹੁਕਮ ਆਇਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ ਜਾਵੇ ਤੇ ਕਤਲ ਕਰਨ ਤੋਂ ਪਹਿਲਾਂ 1 ਦਿਨ ਸਮਾਂ ਨਿਯਤ ਕਰਕੇ ਸ਼ਹਿਰ ਵਿੱਚ ਢੰਡੋਰਾ ਪਿਟਵਾ ਕੇ ਲੋਕਾਂ ਨੂੰ ਖਬਰ ਕਰ ਦਿੱਤੀ ਜਾਵੇ ਕਿ ਹਿੰਦੂਆਂ ਦੇ ਪੀਰ ਨੂੰ ਚਾਂਦਨੀ ਚੌਂਕ ਕੋਤਵਾਲੀ ਤੋਂ ਬਾਹਰ ਕਤਲ ਕੀਤਾ ਜਾਵੇਗਾ। ਕਾਜੀ ਨੇ ਬਾਦਸ਼ਾਹ ਦਾ ਹੁਕਮ ਗੁਰੂ ਸਾਹਿਬ ਜੀ ਨੂੰ ਸੁਣਾਇਆ। ਉਹਨਾਂ ਨੂੰ ਮੁਸਲਮਾਨ ਬਣਨ ਵਾਸਤੇ ਬਹੁਤ ਪ੍ਰੇਰਿਆ, ਪਰ ਗੁਰੂ ਸਾਹਿਬ ਜੀ ਨੇ ਕਿਹਾ, ਅਸੀਂ ਪ੍ਰਭੂ ਤੋਂ ਮਿਲੇ ਹੋਏ ਧਰਮ ਨੂੰ ਛੱਡ ਕੇ ਬਾਦਸ਼ਾਹ ਦਾ ਧਰਮ ਅਪਣਾਉਣ ਵਾਸਤੇ ਕਿਸੇ ਕੀਮਤ ਤੇ ਵੀ ਤਿਆਰ ਨਹੀਂ ਹਾਂ। ਅਸੀਂ ਆਪਣੇ ਧਰਮ ਦੀ ਖਾਤਰ ਕਤਲ ਹੋਣ ਲਈ ਤਿਆਰ ਹਾਂ। ਗੁਰੂ ਜੀ ਵੱਲੋਂ ਕਿਸੇ ਵੀ ਢੰਗ ਨਾਲ ਨਾ ਮੰਨਣ ਤੇ ਕਾਜੀ ਨੇ ਸ਼ਹਿਰ ਵਿੱਚ ਢੰਡੋਰਾ ਪਿਟਵਾ ਦਿੱਤਾ ਕਿ ਵੀਰਵਾਰ ਦੇ ਦਿਨ ਕੋਤਵਾਲੀ ਦੇ ਬਾਹਰ ਚਾਂਦਨੀ ਚੌਂਕ ਵਿੱਚ ਹਿੰਦੂਆਂ ਦੇ ਪੀਰ ਨੂੰ 1.5 ਪਹਿਰ ਦਿਨ ਚੜੇ ਤਲਵਾਰ ਨਾਲ ਕਤਲ ਕਰ ਦਿੱਤਾ ਜਾਵੇਗਾ। ਮਿੱਥੇ ਹੋਏ ਦਿਨ ਕੋਤਵਾਲੀ ਤੋਂ ਬਾਹਰ ਗੁਰੂ ਜੀ ਦੀ ਇੱਛਾ ਅਨੁਸਾਰ ਉਹਨਾਂ ਨੂੰ ਇਸ਼ਨਾਨ ਕਰਵਾਇਆ ਗਿਆ। ਇਸ ਤੋਂ ਬਾਅਦ ਗੁਰੂ ਜੀ ਨੇ ਚੌਂਕੜਾ ਮਾਰ ਕੇ ਜਲਾਦ ਨੂੰ ਕਿਹਾ ਕਿ ਪਾਠ ਦਾ ਭੋਗ ਪਾ ਕੇ ਜਦ ਅਸੀਂ ਸਿਰ ਨਿਵਾ ਕੇ ਪ੍ਰਭੂ ਨੂੰ ਨਮਸਕਾਰ
ਕਰਾਂਗੇ ਤਾਂ ਤੂੰ ਆਪਣਾ ਵਾਰ ਕਰ ਦੇਵੀਂ। ਪਾਠ ਦਾ ਭੋਗ ਪਾ ਕੇ ਜਦ ਗੁਰੂ ਜੀ ਨੇ ਸੀਸ ਨਿਵਾਇਆ ਤਾਂ ਜਲਾਲਦੀਨ ਨੇ ਤਲਵਾਰ ਦੇ ਇੱਕ ਭਰਪੂਰ ਵਾਰ ਨਾਲ ਗੁਰੂ ਸਾਹਿਬ ਜੀ ਦਾ ਸੀਸ ਧੜ ਤੋਂ ਵੱਖ ਕਰ ਦਿੱਤਾ। ਇਹ ਸਾਰਾ ਸਾਕਾ ਵੇਖ ਕੇ ਚਾਰ ਚੁਫੇਰੇ ਹਾਹਾਕਾਰ ਮਚ ਗਈ। ਇੱਕ ਭਿਆਨਕ ਤੂਫਾਨ ਉੱਠਿਆ ਤੇ ਕਾਲੀ ਬੋਲੀ ਹਨੇਰੀ ਚੱਲ ਪਈ। ਸੂਰਜ ਦੇਵਤੇ ਨੂੰ ਵੀ ਤੂਫਾਨ ਨੇ ਆਪਣੀ ਲਪੇਟ ਵਿੱਚ ਲੈ ਲਿਆ ਤੇ ਚਾਰ ਚੁਫੇਰੇ ਦਿਨੇ ਹੀ ਹਨੇਰਾ ਛਾ ਗਿਆ। ਮੁਗਲ ਪੁਲਿਸ ਨੇ ਚਾਰ ਚੁਫੇਰੇ ਸਖਤ ਪਹਿਰਾ ਲਗਾ ਦਿੱਤਾ ਤਾਂ ਕਿ ਕੋਈ ਵੀ ਗੁਰੂ ਸਾਹਿਬ ਜੀ ਦਾ ਸੀਸ ਤੇ ਧੜ ਉਠਾ ਕੇ ਨਾ ਲੈ ਜਾਵੇ। ਉਸਨੇ ਲੋਕਾਂ ਵਿੱਚ ਇੰਨੀ ਦਹਿਸ਼ਤ ਫੈਲਾ ਦਿੱਤੀ ਕਿ ਕੋਈ ਵੀ ਸਿੱਖ ਸੀਸ ਜਾਂ ਧੜ ਚੁੱਕਣ ਵਾਸਤੇ ਅੱਗੇ ਨਾ ਵਧਿਆ। ਗੁਰੂ ਜੀ ਦੇ ਕਈ ਪ੍ਰੇਮੀ ਸਿੱਖ ਵੀ ਇਹ ਹੌਸਲਾ ਨਾ ਕਰ ਸਕੇ ਕਿ ਉਹ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਗੁਰੂ ਜੀ ਦੇ ਧੜ ਤੇ ਸੀਸ ਨੂੰ ਸਤਿਕਾਰ ਸਹਿਤ ਉਠਾ ਸਕਣ। ਮੁਸਲਮਾਨ ਭੀੜ ਵਿੱਚ ਇਕੱਠੇ ਹੋਏ ਲੋਕਾਂ ਨੂੰ ਇਹ ਪੁੱਛਦੇ ਰਹੇ ਇਸ ਗੁਰੂ ਦੇ ਕਿਹੜੇ ਸਿੱਖ ਹਨ, ਪਰ ਉਹਨਾਂ ਵਿੱਚੋਂ ਕੋਈ ਵੀ ਆਪਣੇ ਆਪ ਨੂੰ ਸਿੱਖ ਕਹਾਉਣ ਦੀ ਦਲੇਰੀ ਨਾ ਕਰ ਸਕਿਆ। ਭਾਈ ਉਦੇ ਚੰਦ, ਭਾਈ ਜੈਤਾ ਜੀ ਤੇ ਭਾਈ ਗੁਰਦਿੱਤਾ ਜੀ ਉਸ ਸਮੇਂ ਲੋਕਾਂ ਦੀ ਭੀੜ ਵਿੱਚ ਸ਼ਾਮਲ ਸਨ। ਉਹ ਵੀ ਗੁਰੂ ਸਾਹਿਬ ਜੀ ਦੀ ਸ਼ਹਾਦਤ ਦਾ ਸਾਕਾ ਵੇਖ ਰਹੇ ਸਨ। ਗੁਰੂ ਜੀ ਦਾ ਸੀਸ ਤੇ ਧੜ ਧਰਤੀ ਤੇ ਪਿਆ ਸੀ। ਪੁਲਿਸ ਦਾ ਚਾਰ ਚੁਫੇਰੇ ਸਖਤ ਪਹਿਰਾ ਸੀ, ਪਰ ਭਾਈ ਜੈਤਾ ਜੀ ਨੇ ਤੂਫਾਨ ਝੱਖੜ ਵਿੱਚ ਜਦ ਹਨੇਰਾ ਹੁੰਦਾ ਵੇਖਿਆ ਤਾਂ ਉਹਨਾਂ ਭਾਈ ਉਦੇ ਚੰਦ ਨੂੰ ਇਸ਼ਾਰਾ ਕੀਤਾ ਕਿ ਪਲਕ ਝਪਕਣ ਦੇ ਸਮੇਂ ਵਿੱਚ ਗੁਰੂ ਸਾਹਿਬ ਜੀ ਦੇ ਸੀਸ ਨੂੰ ਚੁੱਕ ਕੇ ਉਠਾ ਲਿਆ। ਭਾਈ ਉਦੇ ਚੰਦ ਇੱਕ ਚਾਦਰ ਲੈ ਕੇ ਉਸ ਦੇ ਪਿੱਛੇ ਹੋ ਗਏ ਤੇ ਲੋਕਾਂ ਦੇ ਇਕੱਠ ਤੋਂ ਦੂਰ ਜਾ ਕੇ ਉਹਨਾਂ ਸੀਸ ਨੂੰ ਚਾਦਰ ਵਿੱਚ ਲਪੇਟਿਆ ਤੇ ਦੋਵੇਂ ਆਨੰਦਪੁਰ ਸਾਹਿਬ ਵੱਲ ਭੱਜ ਨਿਕਲੇ। ਜਦ ਸਿਪਾਹੀਆਂ ਨੂੰ ਪਤਾ ਲੱਗਾ ਕਿ ਉਹ ਦਿੱਲੀ ਦੀ ਜੂਹ ਪਾਰ ਕਰ ਚੁੱਕੇ ਹਨ, ਰਾਤ ਦਿਨ ਇੱਕ ਕਰਕੇ 2 ਦਿਨਾਂ ਵਿੱਚ ਕੀਰਤਪੁਰ ਸਾਹਿਬ ਪਹੁੰਚ ਗਏ। ਉੱਥੇ ਜਾ ਕੇ ਉਹਨਾਂ ਇੱਕ ਸਿੱਖ ਰਾਹੀਂ ਆਨੰਦਪੁਰ ਸਾਹਿਬ ਮਾਤਾ ਨਾਨਕੀ ਜੀ ਨੂੰ ਇਹ ਸੁਨੇਹਾ ਭੇਜ ਦਿੱਤਾ ਕਿ ਉਹ ਸੀਸ ਲੈ ਕੇ ਕੀਰਤਪੁਰ ਪਹੁੰਚ ਗਏ ਹਨ। ਅਗਲੇ ਦਿਨ ਉਹ ਪਾਵਨ ਸੀਸ ਨੂੰ ਲੈ ਕੇ ਆਨੰਦਪੁਰ ਸਾਹਿਬ ਪਹੁੰਚ ਗਏ। ਭਾਈ ਜੈਤਾ ਜੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਸਾਹਿਬਜ਼ਾਦੇ ਗੋਬਿੰਦ ਰਾਏ ਦੀ ਝੋਲੀ ਵਿੱਚ ਪਾ ਦਿੱਤਾ। ਸਾਹਿਬਜ਼ਾਦਾ ਗੋਬਿੰਦ ਰਾਏ ਜੀ ਭਾਈ ਜੈਤਾ ਜੀ ਦੀ ਬਹਾਦਰੀ ਵੇਖ ਕੇ ਬਹੁਤ ਪ੍ਰਸੰਨ ਹੋਏ ਤੇ ਉਹਨਾਂ ਭਾਈ ਜੈਤੇ ਜੀ ਨੂੰ ਇਹ ਵਰ ਦਿੱਤਾ, ਰੰਗਰੇਟਾ ਗੁਰ ਕਾ ਬੇਟਾ। ਫਿਰ ਉਹਨਾਂ ਮਰਿਆਦਾ ਅਨੁਸਾਰ ਚੰਦਨ ਦੀ ਸ਼ਿਖਾ ਤਿਆਰ ਕੀਤੀ ਤੇ ਬੜੇ ਸਤਿਕਾਰ ਨਾਲ ਤੇ ਦੁਖੀ ਹਿਰਦਿਆਂ ਨਾਲ ਪਾਵਨ ਸੀਸ ਦਾ ਸੰਸਕਾਰ ਕਰ ਦਿੱਤਾ। ਜਿਸ ਸਥਾਨ ਤੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਉਹ ਸਥਾਨ ਆਨੰਦਪੁਰ ਸਾਹਿਬ ਵਿੱਚ ਗੁਰਦੁਆਰਾ ਸੀਸਗੰਜ ਕਰਕੇ ਪ੍ਰਸਿੱਧ ਹੈ। ਜਦ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਪਾਵਨ ਸੀਸ ਚੁੱਕ ਕੇ ਲਿਆਏ ਸਨ ਤਾਂ ਧੜ ਉੱਥੇ ਹੀ ਪਿਆ ਰਿਹਾ। ਉਸੇ ਤੂਫਾਨ ਹਨੇਰੀ ਵਿੱਚ ਲੱਖੀ ਸ਼ਾਹ ਲੁਬਾਣਾ, ਜਿਹੜਾ ਕਿ ਸ਼ਾਹੀ ਠੇਕੇਦਾਰ ਸੀ, ਕਿਲੇ ਵਿੱਚ ਸਮਾਨ ਰੱਖ ਕੇ ਆਪਣੇ ਖਾਲੀ ਗੱਡੇ ਨੂੰ ਲੈ ਕੇ ਆਪਣੇ ਘਰ ਰਕਾਬਗੰਜ ਜਾ ਰਿਹਾ ਸੀ। ਉਸਨੇ ਜਦ ਧੜ ਉੱਥੇ ਪਿਆ ਵੇਖਿਆ ਤਾਂ ਉਹ ਆਪਣੇ ਪੁੱਤਰ ਤੇ ਆਪਣੇ ਭਰਾ ਦੀ ਸਹਾਇਤਾ ਨਾਲ ਧੜ ਨੂੰ ਗੱਡੇ ਵਿੱਚ ਰੱਖ ਕੇ ਆਪਣੇ ਘਰ ਲੈ ਗਿਆ। ਆਪਣੇ ਘਰ ਵਿੱਚ ਹੀ ਅੰਗੀਠਾ ਬਣਾ ਕੇ ਉਸ ਆਪਣੇ ਘਰ ਨੂੰ ਅੱਗ ਲਾ ਦਿੱਤੀ। ਇਸ ਤਰ੍ਹਾਂ ਗੁਰੂ ਸਾਹਿਬ ਜੀ ਦੇ ਧੜ ਦਾ ਸੰਸਕਾਰ ਕਰ ਦਿੱਤਾ। ਇੱਥੇ ਅੱਜ ਕੱਲ੍ਹ ਗੁਰਦੁਆਰਾ ਰਕਾਬਗੰਜ ਬਣਿਆ ਹੈ। ਜਿਸ ਸਥਾਨ ਤੇ ਗੁਰੂ ਸਾਹਿਬ ਜੀ ਨੂੰ ਸ਼ਹੀਦ ਕੀਤਾ ਗਿਆ ਸੀ ਉੱਥੇ ਗੁਰਦੁਆਰਾ ਸੀਸਗੰਜ ਦੇ ਨਾਂ ਨਾਲ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਸਾਧ ਸੰਗਤ ਜੀ, ਇਹ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਦੀ ਸਾਖੀ। ਲੜੀ ਨੂੰ ਜੋੜਨ ਲਈ ਪਿਛਲੀਆਂ ਸਾਖੀਆਂ ਸਰਵਣ ਕਰੋ। ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।